दुखियां गरीबां दा तू
बहुत जन विचरे ते माधो जन तुम्हारे देखे कहर उदास आस लग दीवो दर्शन आदरणीय वंदनीय पूजनीय गुरु प्यारी सास आप सारे बाबा साहू जी महाराज बाबा लाडा जी महाराज बाबा दयाल जी महाराज संत बाबा हरिदास जी महाराज संत बाबा मंगलदास जी महाराज प्रकाश जी महाराज मेरे देव गुरुदा गद्दी सेन श्रीमान 108 संत बाबा हरविंदर सिंह जी महाराज मैंबर श्री गुरदास साधु संत जैसा प्रोजेक्ट पंजाब इन्हों के महान उपराला सदका ਆਪਾਂ ਨੂੰ ਨਿਰਜਲਾ ਆਕਾਸ਼ ਦੇ ਸਾਲਾਨਾ ਜੋੜ ਮੇਲੇ ਦੇ ਜੋ ਮਹਾਂਪੁਰਸ਼ਾਂ ਨੇ ਮਰਜ਼ਾਦਾ ਚਲਾਈ ਹੈ ਆਪਾਂ ਸਾਰਿਆਂ ਨੂੰ ਜਿਹੜਾ ਹੈ ਬੈਠਣ ਦਾ ਜਿਹੜਾ ਸੁਭਾਗ ਸਮਾਂ ਮਿਲਿਆ ਕਿਉਂਕਿ ਆਪਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠੇ ਆ ਕਹਿੰਦੇ ਜੋੜਨ ਵਾਲਾ ਪੁੰਨ ਕੋਈ ਨਹੀਂ ਜੇ ਜੋੜ ਦਿੱਤਾ ਜਾਵੇ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਅੰਤਰਜਾਮੀ ਪ੍ਰਭੂ ਪਰਮਾਤਮਾ ਦੇ ਨਾਲ ਧੰਨ ਧੰਨ ਬਾਬਾ ਬਸਾਊ ਜੀ ਮਹਾਰਾਜ ਧੰਨ ਧੰਨ ਬਾਬਾ ਲਾਡਾ ਜੀ ਮਹਾਰਾਜ ਧੰਨ ਧੰਨ ਬਾਬਾ उदयाल जी महाराज धन बाबा हरिदास जी महाराज धन बाबा मंगलदास जी महाराज उन्होंने दर पे आप क्यों आए उन्होंने केड़ा काम किया है कि उन्होंने बाबा बसाऊ जी महाराज जी को किन्ने को साल इस मात लोक की धरती से ज्ञान हो गया उन्होंने अज भी याद करते की कारण है ਆਪਾਂ ਅਸੀਂ ਤੁਸੀਂ ਸੰਸਾਰ ਦੇ ਲੋਕ ਆਉਂਦੇ ਆ ਚਲੇ ਜਾਂਦੇ ਆ ਤੇ ਕੋਈ ਦੁਨੀਆ ਪੁੱਛਦੀ ਨਹੀਂ ਕੋਈ ਯਾਦ ਨਹੀਂ ਕਰਦੀ ਉਹਦਾ ਕਾਰਨ ਕੀ ਹੈ ਕਿਉਂਕਿ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਦਾ ਫਰਮਾਨ ਹੈ ਕਿ ਸਾਧੂਆਂ ਨੂੰ ਪ੍ਰਮਾਤਮਾ ਅਕਾਲ ਪੁਰਖ ਅੰਤਰਜਾਮੀ ਆਪ ਭੇਜਦਾ ਹੈ जो परमेश्वर भेजता है साधुओं को तो फिर की करने वास्ते भेजता है पातशाह बाणी च गुरु अर्जन देव फरमान करते हैं कहते आप जप अवरे नाम जपावे कहते आप तुसी नाम जपना तो जो भी शरण दे विच आउंदा है जो भी संगत ग्रहण करता है उन्होंने कहते नाम जपाउणा ये कारज जिहड़े है सत पुरख रब दे प्यारे करने वास्ते आउंदे ने इस करके उन्होंने सदियां तो बाद भी आपां याद करते हैं सतगुरु गुरदास महाराज सच्चे पातशाह ने समात लोक की धरती पे गया 494 साल हाड़ की संग्राम हो जाने ने 494 साल करीब 5 सदियां हो जानियां गया उन्होंने अज भी बेअपा याद करते हैं उन्होंने नाम से जकारे लाते उन्होंने कारण की है क्योंकि उन्होंने टुटिया होया लोगों को उस मालिक के नाल जोड़िया अपना जो अपना घर का समा भी गवाया जिदा सैकटरी साहब ने दसिया कि घर भी उन्होंने लगनी है जिन्हों का मन जुड़िया नहीं जिहड़े घर पूरे फिरते महाराज
ਹੁੰਦੀ ਰੱਬ ਨਾਲ ਬਾਸ ਫਕਰਾਂ ਦੀ ਯਾਰ ਹੁੰਦੀ ਰੱਬ ਨਾਲ ਫਕਰਾਂ ਦੀ ਯਾਰ ਉਹ ਲੋਕਾਂ ਨਾਲ ਘੱਟ ਖੋਲ ਹੁੰਦੀ ਰੱਬ ਨਾਲ ਫਕਰਾਂ ਦੀ ਯਾਰ ਉਹ ਲੋਕਾਂ ਨਾਲ ਉਹ ਪਰਮੇਸ਼ਰ ਦੇ ਭਾਣੇ ਨੂੰ ਮੰਨਿਆ, ਸਰਬੱਤ ਦਾ ਭਲਾ ਹੀ ਮੰਗਿਆ। ਇਸ ਕਰਕੇ ਉਹਨਾਂ ਦਾ ਜਿਹੜਾ ਹੈ ਸ਼ਹੀਦੀ ਗੁਰਪੁਰਬ ਵੀ 3 ਜੂਨ ਨੂੰ ਜਿਹੜਾ ਮਨਾਇਆ ਗਿਆ, ਜਿਹੜਾ ਹੈ 84 ਲੱਖ ਜੂਨ ਜਿਹੜੀ ਹੈ ਉਹਦੇ ਵਿੱਚੋਂ ਆਪਾਂ ਸਾਰੇ ਘੁੰਮਦੇ ਆਏ ਹਾਂ, ਪਰ ਜਿਹੜਾ ਹੈ ਹਰ ਇੱਕ ਜੂਨ ਦਾ ਜਿਹੜਾ ਸਾਡੇ ਦੇ ਨਾਲ ਜਿਹੜਾ ਹੈ ਉਹਦਾ ਅਸਰ ਹੁੰਦਾ ਹੈ। ਇਸ ਕਰਕੇ ਜਿਹੜਾ ਹੈ ਜੇ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕਰਕੇ, ਗੁਰੂ ਪੁਰਸ਼ਾਂ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਇੱਕ ਮਨ ਇੱਕ ਚਿੱਤ ਹੋ ਕਰਕੇ ਬਾਣੀ ਸਰਵਣ ਕਰਾਂਗੇ ਤਾਂ ਜਿਹੜਾ ਹੈ ਉਹ ਬੈਠਣ ਦਾ ਸਮੇਂ ਦਾ ਤਾਂ ਹੀ ਲਾਹਾ ਹੈ। ਤੇ ਮਹਾਂਪੁਰਸ਼ਾਂ ਦਾ ਜਿਹੜਾ ਹੈ ਮੀਡੀਆ ਲਾਈਵ ਪੰਜਾਬ ਤੇ ਹੋਰ ਵੀ ਚੈਨਲ ਹੈ, ਉਹਨਾਂ ਦੇ ਨਾਲ ਜਿਹੜਾ ਹੈ ਦੇਸ਼ ਵਿਦੇਸ਼ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਕੀਤਾ। ਕਿਉਂ ਕਿ ਜਿਹੜਾ ਨਹੀਂ ਆ ਸਕਿਆ ਜਾਂ ਸਰੀਰਕ ਪੱਖੋਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ ਜਾਂ ਦੇਸ਼ ਵਿਦੇਸ਼ ਦੇ ਵਿੱਚ ਹੈ, ਉਹ ਜਿਹੜਾ ਆਪਣੇ ਘਰੇ ਬੈਠਾ ਜਿਹੜਾ ਹੈ ਉਹ ਬਾਣੀ ਦਾ ਆਨੰਦ ਪ੍ਰਾਪਤ ਕਰ ਲਵੇ, ਗੁਰੂ ਚਰਨਾਂ ਨਾਲ ਜੁੜ ਸਕੇ। ਪਰ ਸਾਧ ਸੰਗਤ ਜੀ ਜਿਹੜੇ ਨਹੀਂ ਆਏ ਉਹਨਾਂ ਦੇ ਮਨ ਦੇ ਵਿੱਚ ਇਹ ਤਮੰਨਾ ਹੈ ਕਿ ਸਾਡਾ ਵੀ ਮਨ ਉੱਥੇ ਗੁਰੂ ਪੁਰਸ਼ਾਂ ਦੇ ਚਰਨਾਂ ਦੇ ਵਿੱਚ ਜਾਂਦੇ ਸਾਡੇ ਵੀ ਅਸੀਂ ਜਿਹੜੇ ਹੈ ਇਹ ਆਪਣੇ ਜਿਹੜੇ ਮਸਤਕ ਦੀਆਂ ਪੁੱਠੀਆਂ ਤਕਦੀਰਾਂ ਸਾਡੀਆਂ ਵੀ ਸਿੱਧੀਆਂ ਹੋ ਜਾਂਦੀਆਂ। ਆ ਜਿਹੜੇ ਆਪਾਂ ਆਏ ਆਪਾਂ ਨੂੰ ਫਿਕਰੇ ਕੋਈ ਨਹੀਂ, ਆਪਾਂ ਆਏ ਆਪਾਂ ਸੇਵਕ ਕੇਵਲ ਤੇ ਕੇਵਲ। ਸੰਤ ਬੀਬੀ ਪ੍ਰਕਾਸ਼ ਕੌਰ ਸੰਤ ਬਾਬਾ ਹਰਵਿੰਦਰ ਸਿੰਘ ਨੂੰ ਦੱਸਣ ਵਾਸਤੇ ਨਹੀਂ ਆਏ ਕਿ ਆਪਾਂ ਦਰਬਾਰ ਦੇ ਵਿੱਚ ਆਏ ਆ ਕਿ ਜਿਹੜੀਆਂ ਸਾਡੀ ਹਾਜ਼ਰੀ ਲਾ ਲਓ ਡੇਰਿਆਂ ਦੇ ਵਿੱਚ ਕਿਤੇ ਰਜਿਸਟਰ ਨਹੀਂ ਰੱਖਿਆ ਹੁੰਦਾ, ਫਿਰ ਰਜਿਸਟਰ ਰੱਖਿਆ ਹੈ, ਰਜਿਸਟਰ ਦੇ ਵਿੱਚ ਹਾਜ਼ਰੀ ਲਾਣੀ ਹੈ। ਹਾਜ਼ਰੀ ਉਸ ਮਾਲਕ ਨੇ ਲਾਉਣੀ ਹੈ, ਪਰਮੇਸ਼ਰ ਨੇ ਲਾਉਣੀ ਹੈ ਜਿਨ੍ਹਾਂ ਦਾ ਦਿਨ ਮਨਾਉਂਦੇ ਆ। ਕਹਿੰਦੇ ਜਿਨ੍ਹਾਂ ਦੇ ਦਿਨ ਮਨਾਤੇ ਉਹਨਾਂ ਦੀ ਬਾਤ ਵੀ ਜਿਹੜੀ ਮੰਨਿਆ ਕਰੋ। ਜੇ ਉਹਨਾਂ ਦੀ ਗੱਲ ਆਪਾਂ ਮੰਨਾਂਗੇ, ਉਹਨਾਂ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ, ਤਾਂ ਜਾ ਕੇ ਜਿਹੜਾ ਲਾਹਾ ਆਪਾਂ ਪ੍ਰਾਪਤ ਕਰ ਸਕਦੇ ਹਾਂ। ਮੇਰਾ ਸਮਾਂ ਤਾਂ ਇੱਥੇ ਸਮਾਪਤ ਹੋ ਗਿਆ। ਮੈਂ ਤਾਂ ਗੱਲ ਤਾਂ ਮੈਂ ਹੋਰ ਕਰਨੀ ਚਾਹੁੰਦਾ ਸੀ, ਪਰ ਜਿਹੜਾ ਹੈ ਸਮਾਂ ਜਿਹੜਾ ਸੀਮਤ ਹੁੰਦਾ ਹੈ। ਜਥੇ ਬਹੁਤ ਨੇ ਮਹਾਂਪੁਰਸ਼ਾਂ ਦੇ ਡੇਰੇ ਦੇ ਨਾਲ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ। ਇਸ ਕਰਕੇ ਸਾਧ ਸੰਗਤ ਦੀ ਲਾਹਾ ਜਿਹੜਾ ਤਾਂ ਹੀ ਪ੍ਰਾਪਤ ਹੋਣਾ ਹੈ। ਜਿਹੜੇ ਹੈ ਆਪਾਂ ਨੂੰ ਲੱਗਦਾ ਹੈ ਮੋਹਰ ਜਿਹੜੀ ਹੁੰਦੀ ਹੈ ਉਹਨੂੰ ਦੇਖੋ ਕਦੀ ਵੀ ਉਹ ਪੜ੍ਹੀ ਨਹੀਂ ਜਾ ਸਕਦੀ। ਮੋਹਰ ਜਿਹੜੇ ਅੱਖਰ ਹੁੰਦੇ ਨੇ ਨਾ ਉਹਨੂੰ ਪੜ੍ਹਿਆ ਨਹੀਂ ਜਾ ਸਕਦਾ। ਉਸ ਮੋਹਰ ਨੂੰ ਜਦੋਂ ਆਪਾਂ ਸ਼ਾਹੀ ਲਗਾਈ ਜਾਂਦੀ ਹੈ, ਇਹ ਜਦੋਂ ਉਹਨੂੰ ਜਿਹੜਾ ਪੇਪਰ ਤੇ ਲਾਉਂਦੇ ਆ ਫਿਰ ਸਿੱਧੀ ਹੋ ਜਾਂਦੇ ਆ ਅੱਖਰ, ਫਿਰ ਆਪਾਂ ਜਿਹੜਾ ਹੈ ਆਸਾਨੀ ਨਾਲ ਪੜ੍ਹ ਲੈਂਦੇ ਆ। ਇਸੇ ਤਰ੍ਹਾਂ ਸਾਡੀਆਂ ਵੀ ਪੁੱਠੀਆਂ ਤਕਦੀਰਾਂ ਜਦੋਂ ਆਪਾਂ ਗੁਰੂ ਚਰਨਾਂ ਦੇ ਉੱਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਸਤਕ ਲਾਉਂਦੇ ਆ ਤਾਂ ਫਿਰ ਜਿਹੜਾ ਹੈ ਸਾਡੀਆਂ ਵੀ ਉਹ ਪੁੱਠੀਆਂ ਜਿਹੜੀਆਂ ਤਕਦੀਰਾਂ ਨੇ, ਜਿਹੜਾ ਆਪਾਂ 84 ਲੱਖ ਚੋਂ ਭਟਕਦੇ ਆ ਮੁੜ ਕੇ ਸਾਨੂੰ ਨਾ ਭਟਕਣਾ ਪਵੇ ਤੇ ਸਾਡੀਆਂ ਵੀ ਜਿਹੜੀਆਂ ਸਿੱਧੀਆਂ ਤਕਦੀਰਾਂ ਹੋ ਜਾਣ, ਅਸੀਂ ਵੀ ਉਸ ਮਾਲਕ ਨਾਲ ਜੁੜ ਜਾਈਏ ਜਿਸ ਮਾਲਕ ਨੇ ਸਾਡੇ ਤੇ ਅਪਾਰ ਬਖਸ਼ਿਸ਼ ਕੀਤੀ ਹੈ। ਇਹ ਮਨੁੱਖਾ ਜਨਮ ਸਾਨੂੰ ਦਿੱਤਾ ਹੈ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬੰਦ ਪਦ ਪਾਕੇ ਭੋਏ ਕਰੇ ਬਹੁ ਨਾ ਲਾਗੇ ਡਾਰ। ਕਹਿੰਦੇ ਮਨੁੱਖਾ ਜਨਮ ਕਿਉਂ ਜਿਹਾ ਹੈ? ਕਹਿੰਦੇ ਬੜਾ ਦੁਲੰਭ ਹੈ। ਦੁਲੰਭ ਉਹਨੂੰ ਕਿਹਾ ਜਾਂਦਾ ਜਿਹੜਾ ਕਦੀ ਆਸਾਨੀ ਦੇ ਨਾਲ ਪ੍ਰਾਪਤ ਨਹੀਂ ਹੁੰਦਾ। ਜਿਸ ਤਰ੍ਹਾਂ ਸੰਤ ਬਾਬਾ ਹਰਵਿੰਦਰ ਸਿੰਘ ਮਹਾਰਾਜ ਨੇ ਕਥਾ ਕਰਦਿਆਂ ਨੇ ਕੀਰਤਨ ਕਰਦਿਆਂ ਨੇ ਜਿਨ੍ਹਾਂ ਨੇ ਸਰਵਣ ਕੀਤਾ ਹੋਵੇਗਾ, ਉਹਨਾਂ ਨੇ ਕਿਹਾ ਸੀ ਇਹ ਜਿਹੜੇ ਸਵਾਸ ਨੇ ਹੀਰੇ ਜਵਾਹਰਾਤ ਨਾਲੋਂ ਵੀ ਮਹਿੰਗੇ ਨੇ, ਉਹਨਾਂ ਨੂੰ ਆਪਾਂ ਸਫਲ ਕਰਨ ਵਾਸਤੇ ਆਏ ਆ। ਇਹ ਨਾ ਹੋਵੇ ਜਿਹੜੇ ਸਵਾਸ ਆਪਾਂ ਇੱਥੇ ਵੀ ਗੁਰੂ ਚਰਨਾਂ 'ਚ ਬੈਠ ਕੇ ਵੀ ਉਹ ਵੀ ਸਵਾਸਾਂ ਨੂੰ ਆਪਾਂ ਕੋਲੇ ਬਣਾ ਕੇ ਚਲੇ ਜਾਈਏ, ਉਹ ਵੀ ਸਾਡੇ ਸਫਲੇ ਨਾ ਹੋਣ। ਸੁਣੇਗਾ ਜਿਹੜਾ ਉਹੀ ਲਾਹਾ ਪ੍ਰਾਪਤ ਕਰੇਗਾ। ਤਾਂ ਫਿਰ ਜਿਹੜਾ ਹੈ ਇਹ ਮਨੁੱਖਾ ਜਨਮ ਤਾਂ ਸਫਲਾ ਹੁੰਦਾ ਹੈ ਜੇਕਰ ਜਿਹੜਾ ਸਾਡਾ ਜਿਹੜਾ ਹੈ ਤਨ ਵੀ ਜਿਹੜਾ ਹੈ ਗੁਰੂ ਚਰਨਾਂ ਦੇ ਵਿੱਚ ਹੋਵੇ, ਮਨ ਵੀ ਗੁਰੂ ਚਰਨਾਂ ਦੇ ਵਿੱਚ ਹੋਵੇ। ਤਾਂ ਕਈ ਵਾਰੀ ਲਾਹਾ ਜਿਹੜੇ ਨੇ ਜ਼ਿਮੀਦਾਰ ਖੇਤਾਂ ਦੇ ਵਿੱਚ ਖੇਤੀ ਕਰਦੇ ਹੁੰਦੇ, ਪਾਣੀ ਲਾਉਂਦੇ ਹੁੰਦੇ ਆ ਜਾਂ ਵਹਾਈ ਕਰਦੇ ਹੁੰਦੇ ਆ, ਜਿਹੜਾ ਵੱਡਾ ਲਾਊਡ ਸਪੀਕਰ ਲੱਗਾ ਹੁੰਦਾ ਹੈ ਜਾਂ ਕੋਈ ਪੱਠੇ ਲੈਣ ਗਿਆ ਜਾਂ ਕੋਈ ਕੰਮਕਾਰ ਕਰਦਾ, ਕੋਈ ਰਾਸਤੇ 'ਚ ਤੁਰਿਆ ਜਾਂਦਾ ਹੈ, ਲਾਹਾ ਕਈ ਵਾਰੀ ਉਹੀ ਲੈ ਲੈਂਦੇ ਨੇ। ਉਹ ਜਿਹੜਾ ਲਾਹਾ ਲੈ ਲੈਂਦੇ ਨੇ ਉਹ ਦੂਰੋਂ ਬੈਠ ਕੇ ਵੀ ਸੁਣ ਲੈਂਦੇ ਨੇ ਕਿ ਗੁਰੂ ਚਰਨਾਂ ਦੇ ਵਿੱਚ ਕੀ
ਕਥਾ ਵਿਚਾਰਾਂ ਚੱਲ ਰਹੀਆਂ ਨੇ। ਇਸ ਕਰਕੇ ਜਦੋਂ ਵੀ ਆਪਾਂ ਗੁਰੂ ਚਰਨਾਂ ਦੇ ਵਿੱਚ ਆਈਏ ਉਸ ਸਮੇਂ ਜਿਹੜਾ ਹੈ ਇੱਕ ਮਨ ਇੱਕ ਚਿੱਤ ਹੋ ਕਰਕੇ ਮਨ ਵੇਚਿਆ ਸਤਿਗੁਰ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ। ਕਹਿੰਦੇ ਜਿਹੜਾ ਮਨ ਹੈ ਕਿਹਨੂੰ ਵੇਚਣਾ ਹੈ? ਕਹਿੰਦੇ ਸਤਿਗੁਰਾਂ ਨੂੰ ਵੇਚਣਾ ਹੈ। ਮਨ ਵੇਚਿਆ ਸਤਿਗੁਰ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ। ਕਹਿੰਦੇ ਫਿਰ ਜਦੋਂ ਆਪਾਂ ਇਹ ਮਨ ਸਤਿਗੁਰਾਂ ਨੂੰ ਚਰਨਾਂ ਦੇ ਵਿੱਚ ਅਰਪਣ ਕਰ ਦੇਵਾਂਗੇ ਤਾਂ ਫਿਰ ਸਤਿਗੁਰ ਸਾਡੇ ਜਿਹੜੇ ਨੇ ਕਾਰਜ ਆਪਣੇ ਆਪ ਕਰ ਦੇਣਗੇ। ਕਹਿੰਦੇ ਸੇਵਾ ਕਰਤ ਹੋਏ ਨੇ ਕਾਮੀ। ਇਹ ਜੇ ਇੱਕ ਕਾਮਨਾ ਰੱਖ ਕੇ ਜਿਹੜੀ ਆਪਾਂ ਸੇਵਾ ਕੀਤੀ ਹੈ ਉਹ ਫਿਰ ਕਾਮਨਾ ਪ੍ਰਾਪਤ ਹੋ ਜਾਂਦੀ ਹੈ। ਕਹਿੰਦੇ ਕਾਮਨਾ ਤੋਂ ਰਹਿਤ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਸੇਵਾ ਕਰਤ ਹੋਏ ਨੇ ਕਾਮੀ। ਜੇ ਕਹਿੰਦੇ ਸੇਵਾ ਨਿਸ਼ਕਾਮਤਾ ਨਾ ਹੋਵੇ ਤਾਂ ਫਿਰ ਇਸ ਦਾ ਹੋਤ ਪ੍ਰਾਪਤ ਸੁਆਮੀ। ਕਹਿੰਦੇ ਫਿਰ ਉਹਨੂੰ ਮਾਲਕ ਦੀ ਪ੍ਰਾਪਤੀ ਹੋ ਜਾਂਦੀ ਹੈ। ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਅਰਜਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਉਹਨੇ ਹੁਣ ਹੁਕਮਨਾਮਾ ਜੋ ਸਰਵਣ ਕੀਤਾ ਹੈ ਤਾਂ ਪਾਤਸ਼ਾਹ ਨੇ ਬਾਣੀ 'ਚ ਪ੍ਰਮਾਣ ਕੀਤਾ। ਕਹਿੰਦੇ ਕਾਟਿਆ ਉਹ ਕੱਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਕਹਿੰਦੇ ਜਿਹੜਾ ਰੱਬ ਦਾ ਰਸਤਾ ਜਿਹੜਾ ਬੜਾ ਵਿਖੜਾ ਹੈ। ਜੇ ਕਿਤੇ ਨਾ ਨਕਲਾਂ ਚੱਲਦੀਆਂ ਹੋਣ ਜਾਂ ਹੋਰ ਕੋਈ ਚੱਲਦਾ ਹੋਵੇ ਤਾਂ ਉੱਤੇ ਫਿਰ ਨਾ ਜੇ ਕੋਈ ਗੱਲ ਵੀ ਕਰਦਾ ਹੋਏ ਤੇ ਬੱਚੇ ਜੇ ਰੌਲਾ ਵੀ ਪਾਉਂਦੇ ਹੋਣ ਉਹਦੇ ਚਪੇੜ ਮਾਰਦੇ ਵੱਟ ਕੇ ਕਹਿੰਦੇ ਗੱਲ ਸੁਣ ਕੀ ਕਹਿੰਦੇ ਆ, ਤੂੰ ਸਾਨੂੰ ਵੀ ਨਹੀਂ ਸੁਣ ਦਿੰਦਾ। ਹੁਣ ਕਿਸੇ ਨੇ ਨਹੀਂ ਕਹਿਣਾ ਬਈ ਤੂੰ ਗੱਲ ਸੁਣ ਵੀ ਕੀ ਕਹਿੰਦੇ ਨੇ, ਰਾਗੀ ਜਥੇ ਕੀ ਕਹਿੰਦੇ ਨੇ, ਮਹਾਂਪੁਰਸ਼ ਕੀ ਕਹਿੰਦੇ। ਹੁਣ ਨਹੀਂ ਕਿਸੇ ਨੇ ਕਹਿਣਾ। ਹੁਣ ਤਾਂ ਸਾਰੇ ਆਪਣੇ ਆਪਣੇ ਕੰਮਾਂ 'ਚ ਲੱਗੇ ਨੇ। ਬਾਦਸ਼ਾਹ ਕਹਿੰਦੇ ਨੇ ਇਹ ਰਾਸਤਾ ਹੀ ਵਿਖੜਾ ਹੈ, ਇਹ ਟੇਢਾ ਮੇਢਾ ਹੈ ਅਤੇ ਜਿਹੜਾ ਮੇਰਾ ਬਲਦ ਹੈ ਨਾ ਮੇਰਾ ਬਲਦ ਜਿਹੜਾ ਹੈ ਉਹ ਕਹਿੰਦੇ ਨਕੰਮਾ ਹੈ। ਰਮਈਏ ਸੀ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਰ। ਕਹਿੰਦੇ ਆਪਣੇ ਬਖਰ ਦੀ ਰਖਵਾਲੀ ਕਰਨ ਲਈ ਮੈਂ ਹੰਕਾਰ ਦੀ ਜਿਹੜਾ ਹੈ ਬੈਰੀ ਹੈ। ਉਹ ਬੰਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ। ਕਹਿੰਦੇ ਕੋਈ ਰੱਬ ਦਾ ਵਪਾਰੀ ਹੈ ਜੋ ਮੇਰੇ ਨਾਲ ਰਲ ਕੇ ਜਿਹੜਾ ਵਪਾਰ ਕਰੇ। ਹੁਣੇ ਹੁਣ ਹੁਕਮਨਾਮਾ ਸੁਣਿਆ ਗੁਰੂ ਰਵਿਦਾਸ ਮਹਾਰਾਜ ਦਾ। ਉਹ ਕਹਿੰਦੇ ਕੋਈ ਹੈ ਵਪਾਰੀ ਜਿਹੜਾ ਮੇਰੇ ਨਾਲ ਜਿਹੜਾ ਵਪਾਰ ਕਰੇ। ਇਸੇ ਕਰਕੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕੋਟਨ ਮੈਂ ਕਹੂੰ ਨਾਰਾਇਣ ਮੈਂ ਚੀਤ। ਕਹਿੰਦੇ ਕਰੋੜਾਂ ਚੋਂ ਇੱਕ ਹੈ ਜਿਹਦੀ ਪ੍ਰੀਤ ਉਸ ਮਾਲਕ ਦੇ ਨਾਲ ਹੈ। ਹੋਂ ਬੰਜਾਰੋ ਰਾਮ ਕੋ ਸਹਿਜ ਕਰੋ ਵਪਾਰ। ਮੈਂ ਕਹਿੰਦੇ ਪ੍ਰਭੂ ਦਾ ਵਪਾਰੀ ਹਾਂ ਅਤੇ ਬ੍ਰਹਮ ਗਿਆਨ ਦਾ ਜਿਹੜਾ ਹੈ ਉਦਾਗਰੀ ਕਰਦਾ। ਉਹਦੇ ਨਾਮ ਦਾ ਪਰਮੇਸ਼ਰ ਦੀ ਜਪਣ ਦਾ ਸਿਮਰਨ ਕਰਦਾ ਜਿਹੜਾ ਵਪਾਰ ਕਰਦਾ ਹੈ। ਸਤਿਗੁਰੂ ਗੁਰਦਾਸ ਮਹਾਰਾਜ ਕਿਸੇ ਵੱਡੇ ਮਹਿਲਾਂ ਦੇ ਵਿੱਚ ਕਿਸੇ ਰਾਜਿਆਂ ਦੇ ਘਰ ਦੇ ਵਿੱਚ ਉਹਨਾਂ ਦਾ ਜਨਮ ਨਹੀਂ, ਉਹ ਕੁੱਲੀਆਂ ਦੇ ਵਿੱਚ ਹੋਇਆ। ਤਾਂ ਕੁੱਲੀਆਂ ਦੇ ਵਿੱਚ ਇਹੋ ਜਿਹਾ ਨਾਮ ਜਪਿਆ ਪਰਮੇਸ਼ਰ ਦਾ ਰੂਪ ਹੋ ਗਏ। ਤਾਂ ਜਦੋਂ ਪਰਮੇਸ਼ਰ ਦਾ ਰੂਪ ਹੋ ਗਏ ਇਸ ਮਾਤ ਲੋਕ ਦੀ ਧਰਤੀ ਤੇ ਜਿਹੜੇ 52 ਰਾਜੇ ਸਨ ਰਾਜ ਕਰਦੇ ਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕਰਕੇ ਨਤਮਸਤਕ ਹੋ ਗਏ। ਸੀਸ ਉਹਨਾਂ ਨੇ ਚਰਨਾਂ 'ਚ ਝੁਕਾ ਦਿੱਤਾ। ਉਹ 52 ਰਾਜੇ ਗੁਰੂ ਚਰਨਾਂ ਦੇ ਵਿੱਚ ਚਲੇ ਗਏ। ਉਹਨਾਂ ਨੇ ਆਪਣਾ ਜਮਨ ਸਤਲਾ ਕੀਤਾ। ਮੈਂ ਰਾਮ ਨਾਮ ਤਨ ਲਾਦਿਆ ਵੇਖ ਲਾਦੀ ਸੰਸਾਰ। ਸਤਿਗੁਰੂ ਗੁਰਦਾਸ ਮਹਾਰਾਜ ਕਹਿੰਦੇ ਮੈਂ ਸੁਆਮੀ ਦੇ ਨਾਮ ਦਾ ਵਪਾਰ ਜਿਹੜਾ ਉਹ ਲੱਦਿਆ, ਉਹ ਪਦਾਰਥ ਲੱਦਿਆ ਅਤੇ ਦੁਨੀਆ ਦਾ ਜਿਹੜਾ ਹੈ ਉਹ ਵੇਖ ਲੱਦ ਲਈ ਹੈ, ਜ਼ਹਿਰ ਲੱਦ ਲਈ ਹੈ। ਔਰ ਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਕਹਿੰਦੇ ਹੇ ਤੁਸੀਂ ਲੋਕ ਤੇ ਪਰਲੋਕ ਦੇ ਜਾਣਨ ਵਾਲਿਓ, ਮੇਰੇ ਮਾਲਕ ਜੋ ਉਲ ਜਲੂ ਤੁਹਾਨੂੰ ਜਿਹੜਾ ਚੰਗਾ ਲੱਗਦਾ ਹੈ ਉਹ ਲਿਖ ਲਓ। ਉਰਵਾਰ ਪਾਰ ਕੇ ਦਾਨੀਆਂ ਲਿਖ ਲਓ ਆਲ ਪਤਾਲ। ਮੋਹ ਜਮ ਡੰਡ ਨਾ ਲੱਗੇ ਤਜੀਲੇ ਸਰਬ ਜੰਜਾਲ। ਕਹਿੰਦੇ ਜੋ ਮਰਜੀ ਤੁਹਾਡਾ ਚਿੱਤ ਕਰਦਾ ਹੈ, ਜਿਹਨੂੰ ਆਪਾਂ ਚਿੱਤਰਗੁਪਤ ਕਹਿੰਦੇ ਆ, ਉਹ ਕਹਿੰਦੇ ਜੋ ਮਰਜੀ ਲਿਖ ਲਓ ਮੈਨੂੰ ਕੋਈ ਫਰਕ ਨਹੀਂ, ਕਿਉਂਕਿ ਮੈਨੂੰ ਜਿਹੜਾ ਹੈ ਜਮ ਦਾ ਡੰਡ ਨਹੀਂ ਲੱਗੇਗਾ। ਕਿਉਂਕਿ ਮੈਂ ਜਿਹੜਾ ਹੈ ਤਜੀਲੇ ਸਰਬ ਜੰਜਾਲ, ਜਿਹੜੇ ਜੰਜਾਲ ਸੰਸਾਰ ਦੇ ਜੰਜਾਲ ਨੇ ਕਹਿੰਦੇ ਸਾਰੇ ਛੱਡ ਦਿੱਤੇ ਨੇ। ਜੈਸਾ ਰੰਗ ਕੁਸੁੰਭ ਕਾ ਤੈਸਾ ਹੈ ਉਹ ਸੰਸਾਰ। ਕੁਸੁੰਭੇ ਦਾ ਰੰਗ ਜਿਹੜਾ ਬਹੁਤ ਗੂੜਾ ਹੁੰਦਾ ਹੈ, ਦੇਖਣ ਨੂੰ ਬੜਾ ਚੰਗਾ ਲੱਗਦਾ ਹੈ, ਖਿੱਚ ਹੁੰਦਾ ਹੈ, ਉੱਥੇ ਮਨ ਖਿੱਚਿਆ ਜਾਂਦਾ ਹੈ, ਬੜਾ ਗੂੜਾ ਰੰਗ ਹੈ। ਕਹਿੰਦੇ ਨੇ ਤੈਸਾ ਇਹ ਸੰਸਾਰ ਇਸੇ ਤਰ੍ਹਾਂ ਜਿਹੜਾ ਹੈ
ਕਹੁ ਰਵਿਦਾਸ ਜਮਾਰ। ਪਾਤਸ਼ਾਹ ਕਹਿੰਦੇ ਪਰ ਮੇਰੇ ਵਿਆਪਕ ਵਾਹਿਗੁਰੂ ਦੀ ਜਿਹੜੀ ਹੈ ਉਹ ਰੰਗਤ ਜਿਹੜੀ ਹੈ, ਉਹ ਮਜੀਠੀ ਦਾ ਰੰਗ ਜਿਹੜਾ ਹੈ ਉਹ ਕਦੀ ਵੀ ਉਤਰਨ ਵਾਲਾ ਨਹੀਂ ਹੈ। ਕਿਉਂਕਿ ਉਹਨਾਂ ਨੇ ਜਿਹੜਾ ਪਰਮੇਸ਼ਰ ਦਾ ਨਾਮ, ਉਸ ਅਕਾਲ ਪੁਰਖ ਅੰਤਰਜਾਮੀ ਪ੍ਰਭੂ ਪਰਮਾਤਮਾ ਦਾ ਨਾਮ ਸਤਿਗੁਰੂ ਗੁਰਦਾਸ ਮਹਾਰਾਜ ਕਹਿੰਦੇ ਨੇ, ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰ ਭੋਗ ਤੁਹਾਰੇ। ਜੇ ਅੰਕਾਂ ਦੇ ਵਿੱਚ ਪਹਿਲਾ ਅੱਖਰ ਗੁਰੂ ਨਾਨਕ ਸਾਹਿਬ ਨੇ ਲਿਖਿਆ ਤਾਂ ਪਹਿਲਾ ਏਕਾ ਲਿਖਿਆ ਹੈ, ਔਰ ਜਦੋਂ ਅੱਖਰ ਸ਼ੁਰੂ ਹੋਏ ਜੋ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਨਾਮ ਹੈ ਹਰ ਭੋਗ ਤੁਹਾਰੇ। ਇਹ ਜਿਹੜੇ ਸੰਸਾਰ ਦੇ ਜਿੰਨੇ ਵੀ ਪਦਾਰਥ ਨੇ ਸਾਰੇ ਝੂਠੇ ਨੇ ਤੇ ਜਿਹੜਾ ਕਿ ਤੇਰਾ ਨਾਮ ਹੈ ਉਹੀ ਸੱਚਾ ਹੈ। ਤੇ ਸਤਿਗੁਰਾਂ ਨੇ ਆਰਤੀ ਦੇ ਵਿੱਚ ਜੋ ਸੰਤ ਬਾਬਾ ਹਰਵਿੰਦਰ ਸਿੰਘ ਜੀ ਮਹਾਰਾਜ ਜੀ ਨੇ ਹੁਣੇ ਹੁਣ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਆਰਤੀ ਸਰਵਣ ਕਰਾਈ ਹੈ, ਉਹਦੇ ਵਿੱਚ ਫਰਮਾਨ ਕੀਤਾ, ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰ ਭੋਗ ਤੁਹਾਰੇ। ਸਤਨਾਮ ਦਾ ਜਿਹੜਾ ਹੈ ਪਹਿਲਾ ਜਿਹੜਾ ਹੈ ਉਹ ਅੱਖਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪ੍ਰਾਰੰਭਤਾ ਕੀਤੀ ਹੈ। ਇਸ ਕਰਕੇ ਜਿਹੜਾ ਹੈ ਜਿਹਦਾ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਤਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਕਹਿੰਦੇ ਜਿਹੜਾ ਸਵਾਸ ਲੈਂਦੇ ਹੋਏ ਸਵਾਸ ਛੱਡਦੇ ਹੋਏ ਪਰਮੇਸ਼ਰ ਦਾ ਨਾਮ ਜਪਦੇ ਨੇ, ਕਹਿੰਦੇ ਜਿਹੜੇ ਨੇ ਉਹੀ ਜਿਹੜੇ ਨੇ ਅਸਲੀ ਸੰਤ ਨੇ। ਧੰਨ ਬਾਬਾ ਮੰਗਲਦਾਸ ਮਹਾਰਾਜ ਜਿਨ੍ਹਾਂ ਨੂੰ ਆਪਾਂ ਇਹਨਾਂ ਨੇਤਰਾਂ ਦੇ ਨਾਲ ਉਹਨਾਂ ਦੇ ਦਰਸ਼ਨ ਕੀਤੇ ਨੇ, ਤੇ ਉਹਨਾਂ ਨੇ ਜਿਹੜਾ ਹੈ ਹੁਣ ਤਾਂ ਸਾਧਨ ਬਹੁਤ ਹੋ ਗਏ, ਉਹਨਾਂ ਨੇ ਪੈਦਲ ਚੱਲ ਕੇ ਸਾਈਕਲਾਂ ਦੇ ਉੱਤੇ ਜਾ ਕਰਕੇ ਜਿਹੜਾ ਹੈ ਦੂਰ ਦਰੇਡੇ ਤੱਕ ਜਿਹੜਾ ਹੈ ਸਤਿਗੁਰਾਂ ਦੀ ਬਾਣੀ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਕੀਤਾ। ਤੇ ਅੱਜ ਜਿਹੜਾ ਹੈ ਦੁਨੀਆ ਦੇ ਸੰਸਾਰ ਦੇ ਉਹਨਾਂ ਨੇ ਆਪਾਂ ਚਲੇ ਜਾਣਾ, ਕਿਸੇ ਨੇ ਪੁੱਛਣਾ ਨਹੀਂ, ਪਰ ਉਹਨਾਂ ਨੂੰ ਕੋਈ ਕਿਸੇ ਨੇ ਭੁੱਲਣਾ ਨਹੀਂ। ਕਿਉਂ? ਉਹਨਾਂ ਨੇ ਸੱਚ ਦੇ ਮਾਰਗ ਨੂੰ ਚੱਲ ਕੇ ਜਿਹੜਾ ਹੈ ਆਪਣਾ ਜੀਵਨ ਸਫਲਾ ਕੀਤਾ। ਇਸੇ ਕਰਕੇ ਪਾਤਸ਼ਾਹ ਗੁਰੂ ਅਰਜਨ ਦੇਵ ਕਹਿੰਦੇ ਨੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜਾ ਸੱਚੇ ਮਾਰਗ ਤੇ ਚੱਲਦਾ, ਜਿਹੜਾ ਪਰਮੇਸ਼ਰ ਦੀ ਬਾਣੀ ਪੜ੍ਹਦਾ, ਸਿਮਰਨ ਕਰਦਾ, ਨਾਮ ਜਪਦਾ, ਚੰਗੇ ਕਰਮ ਕਰਦਾ, ਕਿਸੇ ਗਰੀਬਾਂ ਦੀ ਜਿਹੜੀ ਹੈ ਲੋੜਵੰਦ ਦੀ ਜ਼ਰੂਰਤ ਨੂੰ ਪੂਰੀ ਕਰਦਾ ਹੈ, ਤਾਂ ਕਹਿੰਦੇ ਜਿਹੜਾ ਹੈ ਉਹ ਆਪਣੇ ਜੀਵਨ ਨੂੰ ਸਫਲਾ ਕਰਕੇ ਸਮਾਤ ਲੋਕ ਤੇ ਜਾਂਦਾ ਹੈ। ਤੇ ਉਹ ਸਦਾ ਹੀ ਆਪਣੇ ਜੀਵਨ ਨੂੰ ਸਫਲਾ ਕਰਕੇ ਉਹਨੂੰ ਫਿਰ ਕਿਸੇ ਵੀ ਜਿਹੜਾ ਹੈ ਜਮਾ ਦਾ ਫਿਰ ਡੰਡ ਨਹੀਂ ਲੱਗਦਾ। ਇਸੇ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨੈਤ ਨਾ ਛੁਟੈ ਨਿਕਟ ਨਾ ਜਾਈਓ ਦੂਤ। ਕਹਿੰਦੇ ਜਿੱਥੇ ਰੱਬ ਦੇ ਪਿਆਰੇ ਪਰਮੇਸ਼ਰ ਦਾ ਸਿਮਰਨ ਬੰਦਗੀ ਕਰਦੇ ਨੇ, ਕਹਿੰਦੇ ਯਾਰੀਓ ਲੋਕਾਂ ਨਾਲ ਲਾਗੇ ਨਾ ਜਾਇਓ, ਇਹਨਾਂ ਕਦੇ ਵੀ ਲਾਗੇ ਜਾਇਓ ਨਾ ਜਾ ਸਕਦੇ ਨੇ, ਨਾ ਉਹ ਨਰਕ ਦੇ ਵਿੱਚ ਨਹੀਂ ਜਾਣਗੇ। ਜਿਹੜਾ ਨਾਮ ਨਹੀਂ ਜਪੇਗਾ ਰੱਬ ਨਾਲ ਫਕਰਾਂ ਦੀ ਯਾਰੀ, ਹੁੰਦੀ ਰੱਬ ਨਾਲ ਫਕਰਾਂ ਦੀ ਯਾਰੀ, ਉਹ ਲੋਕਾਂ ਨਾਲ ਘੱਟ ਸੋਚਦੀ, ਹੁੰਦੀ ਰੱਬ ਨਾਲ ਫਕਰਾਂ ਦੀ ਯਾਰੀ, ਉਹ ਲੋਕਾਂ ਨਾਲ ਨਾ ਉਹਨਾਂ ਜਿੰਨਾ ਪਾਸ, ਕਹਿੰਦੇ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਹੈ। ਇਸ ਕਰਕੇ ਜਿਹੜਾ ਹੈ ਆਓ ਇੱਕ ਕਹਾਣਾ ਪੜ੍ਹ ਕੇ ਦਾ ਸਮਾਪਤੀ ਕਰੇ, ਸਮਾਂ ਹੋ ਗਿਆ। ਜਦੋਂ ਸੁੱਤੀ ਹੋਈ ਆਤਮਾ ਜਾਗਦੀ, ਸੰਗ ਹੁੰਦਾ ਸਾਧੂਆਂ ਦਾ। ਜਦੋਂ ਸੁੱਤੀ ਹੋਈ ਆਤਮਾ ਜਾਗਦੀ, ਸੰਗ ਹੁੰਦਾ ਸਾਧੂਆਂ ਦਾ।
ਸੋ ਇਤਨੀ ਸੇਵਾ ਪ੍ਰਵਾਨ ਸਮਾਂ ਕਾਫੀ ਹੋ ਗਿਆ। ਮਹਾਂਪੁਰਸ਼ਾਂ ਦਾ ਧੰਨਵਾਦ, ਸੈਕਟਰੀ ਸਾਹਿਬ ਦਾ ਧੰਨਵਾਦ। ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਸੰਤਾਂ 108 ਸੰਤ ਬਾਬਾ ਹੀਰਾ ਦਾਸ ਮਹਾਰਾਜ ਇਹਨਾਂ ਦੇ ਤਪੋਮਈ ਅਸਥਾਨਾਂ ਤੇ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਗੁਰਦਾਸ ਮਹਾਰਾਜ ਜੀ ਦਾ ਜੋ ਜੋਤੀ ਜੋ ਸਮਾਗਮ ਹੈ ਉਹ 18 ਜੂਨ 2022 ਤੇ ਅੱਜ ਸ਼ਨੀਵਾਰ, ਉਸ ਦਿਨ ਵੀ ਸ਼ਨੀਵਾਰ ਹੈ। ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਤਿਗੁਰੂ ਗੁਰਦਾਸ ਮਹਾਰਾਜ ਦੇ ਜੋਤੀ ਜੋ ਸਮਾਗਮ ਤੇ ਜਿਹੜਾ ਹੈ ਪਹੁੰਚਣ ਦੀ ਕਿਰਪਾਲਤਾ ਕਰਨੀ, ਕਿਉਂਕਿ ਧੰਨ ਧੰਨ ਬਾਬਾ ਹੀਰਾ ਦਾਸ ਮਹਾਰਾਜ ਜਿਸ ਸਮੇਂ ਡੇਰਾ ਡਾਂਡੀਆਂ ਵਿਖੇ ਆਏ ਨੇ ਤੇ ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋਤੀ ਜੋਤ ਜਿਹੜਾ ਹੈ 20 ਸਤੰਬਰ ਨੂੰ ਆਉਣਾ ਹੈ, ਉਹ ਵੀ ਜਿਹੜਾ ਮਨਾਇਆ ਜਾਂਦਾ ਹੈ ਕਿ ਸਤਿਗੁਰੂ ਗੁਰਦਾਸ ਮਹਾਰਾਜ ਦਾ ਜੋਤੀ ਜੋਤ ਹੈ ਉਹ ਵੀ ਮਨਾਇਆ ਜਾਂਦਾ ਹੈ। ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉੱਥੇ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜਿਹਨੂੰ ਕਿਸੇ ਨੂੰ ਡਿਸਕ ਦੀ ਪ੍ਰੋਬਲਮ ਹੈ, ਜਾਕਾਂ ਦੀ ਪ੍ਰੋਬਲਮ ਹੈ, ਉਹ ਵੀ ਜਿਹੜਾ ਉੱਥੇ ਜਿਹੜਾ ਹੈ ਉਹ ਕੈਂਪ ਵੀ ਲਗਾਇਆ ਜਾਣਾ ਹੈ। ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਤਿਗੁਰਾਂ ਦਰਬਾਰ ਦੇ ਵਿੱਚ ਹਾਜ਼ਰੀ ਲਾਉਣੀ। ਸਰਦਾਰ ਅਵਤਾਰ ਸਿੰਘ ਜੀ ਗਿੱਲ ਉਹਨਾਂ ਨੂੰ ਬੇਨਤੀ ਹੈ, ਉਹਨਾਂ ਨੇ ਸਾਰੇ ਪਰਿਵਾਰ ਸਮੇਤ ਜਿਹੜਾ ਹੈ ਨਾਲ ਲੈ ਕੇ ਉਹਨਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ, ਕਿਉਂਕਿ ਇਹਨਾਂ ਦੇ ਫੇਸਬੁੱਕ ਦੇ ਦਰਦ ਹੁੰਦੇ ਰਹਿੰਦੇ ਨੇ। ਇਹਨਾਂ ਨੂੰ ਬੇਨਤੀ ਹੈ ਜ਼ਰੂਰ ਜਿਹੜਾ ਹੈ ਅਵਤਾਰ ਸਿੰਘ ਜੀ ਗਿੱਲ ਜੀ ਇਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਜਿਹੜਾ ਹੈ 18 ਜੂਨ ਨੂੰ ਜਿਹੜਾ ਹੈ ਉਹ ਪਹੁੰਚਣ ਦੀ ਕਿਰਪਾਲਤਾ ਕਰਨੀ। ਸਾਰੀਆਂ ਸੰਗਤਾਂ ਨੂੰ, ਜਿਹਨੂੰ ਕਿਸੇ ਨੂੰ ਤੰਦ ਕਰਕੇ ਪ੍ਰੋਬਲਮ ਹੈ, ਕਿਸੇ ਨੂੰ ਡਿਸਕ ਦੀ ਪ੍ਰੋਬਲਮ ਹੈ, ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਮਣਕਿਆਂ ਦੀ ਪ੍ਰੋਬਲਮ ਹੈ, ਗੁੰਡਿਆਂ ਦੀ ਪ੍ਰੋਬਲਮ ਹੈ, ਯਾਰ ਉਹ ਲੋਕਾਂ ਨਾਲ ਜਾਣਾ ਹੈ ਉਹਦੇ ਵਿੱਚ ਜਿਹੜਾ ਹੈ ਪ੍ਰਾਪਤ ਕਰਨੇ। ਜਿਹੜੀਆਂ ਅੱਖਾਂ ਦੀਆਂ ਦਵਾਈਆਂ ਨੇ ਉਹ ਵੀ ਜਿਹੜੀਆਂ ਫ੍ਰੀ ਦਿੱਤੀਆਂ ਜਾਣੀਆਂ ਨੇ। ਜਿਹਨਾਂ ਨੂੰ ਅੱਖਾਂ ਦੀ ਕੋਈ ਪ੍ਰੋਬਲਮ ਹੈ ਉਹ ਵੀ ਹੁੰਦੀ ਰੱਬ ਨਾਲ ਫਕਰਾਂ ਦੀ ਯਾਰ, ਹੁੰਦੀ ਰੱਬ ਨਾਲ ਫਕਰਾਂ ਦੀ ਯਾਰ, ਉਹ ਲੋਕਾਂ ਨਾਲ ਘੱਟ ਹੋਣਾ। ਹੁੰਦੀ ਰੱਬ ਨਾਲ ਫਕਰਾਂ ਦੀ ਯਾਰ, ਉਹ ਲੋਕਾਂ ਨਾਲ। ਦੇਖ ਰਹੇ ਨੇ, ਆਓ ਸਰਵਣ ਕਰੀਏ ਜੀ ਸਾਡੇ ਬਿੱਦੀ ਕਲੇ। ਢੋਲ ਪੈ ਸਤ ਰਵਿਦਾਸ ਮਹਾਰਾਜ ਕੀ। बहुत बहुत मुबारक सारिया संगतां और मेरा कोटन कोटन नमन, कोटन कोटन प्रणाम। सामने बाबा जी विराजमान ने और जिन्हें कीर्तन रूह सामने विराजमान ने, मेरा कोटन कोटन नमन है, कोटन कोटन प्रणाम है। सो जिन्ना भी हुक्म होया आज भी तुहाडे रूबरू दिन चढ़िया हजारां दा नच के मनाउणा है अज दिन सरतार हो गल दुनिया ते आम हो गई
तोले दी एक मुंदरी तोले दी ओ सारा जग रुस जावे असा मनणीए ढोले क्योंकि बाबे बुल्ले शाह ने रब ਨੂੰ ਕਾਫੀ ਨਾਮਾਂ ਦੇ ਨਾਲ ਬੁਲਾਇਆ ਉਹਨੇ ਸੋਹਣਾ ਵੀ ਕਿਹਾ ਉਹਨੇ ਯਾਰ ਵੀ ਕਿਹਾ ਉਹਨੇ ਖਸਮ ਵੀ ਕਿਹਾ ਉਹਨੇ ਪੀਰ ਵੀ ਕਿਹਾ ਸੋ ਇਸ ਲਈ ਬੋਲਿਆ ਕਿ ਗਲਤ ਮਤਲਬ ਨਾ ਕੱਢ ਲਿਓ ਪਏ ਉਹ ਲੱਖ ਸੋਹਣੀਆਂ ਸ਼ਕਲਾਂ ਭਾਵੇਂ ਉਹਨਾਂ ਨੂੰ ਵੀ ਸਜਦਾ ਏ ਲੱਖ ਸੋਹਣੀਆਂ ਸ਼ਕਲਾਂ ਭਾਵੇਂ ਉਹਨਾਂ ਨੂੰ ਵੀ ਸਜਦਾ ਏ मेरे गुरु तो सोना था कोई होर ना लगता है मेरे गुरु को सोना था वो मेरे गुरु को सोना था कोई होर ना लगता है मेरे गुरु को सोना था कोई होर ना लगता है वो मेरे गुरु को सोना था कोई होर ना लगता है मकसूदपुरी साहब उन्होंने बड़े भाजी बहुत सारा आशीर्वाद देके गए हैं बाबा जी वालों बहुत सारा आशीर्वाद आ रहे हैं सारिया संगतां वालों बहुत सारा आशीर्वाद आ रहे हैं शुक्रगुजार
ਜ਼ਿੰਦਗੀ ਦੀਆਂ ਸਭ ਖੁਸ਼ੀਆਂ ਕੁਰਬਾਨ ਵੀ ਉਹਦੇ ਲਈ, ਜ਼ਿੰਦਗੀ ਦੀਆਂ ਸਭ ਖੁਸ਼ੀਆਂ ਕੁਰਬਾਨ ਵੀ ਉਹਦੇ ਲਈ। ਉਹਦਾ ਇੱਕ ਇਸ਼ਾਰਾ ਤਾਂ, ਉਹਦਾ ਇੱਕ ਇਸ਼ਾਰਾ ਤਾਂ, ਉਹ ਮੇਰਾ ਕਿਹੜਾ ਬਚਦਾ ਏ, ਮੇਰੇ ਗੁਰੂ ਤੋਂ ਸੋਹਣਾ ਤਾਂ ਕੋਈ ਹੋਰ ਨਾ ਲੱਗਦਾ ਏ, ਉਹ ਮੇਰੇ ਗੁਰੂ ਤੋਂ ਸੋਹਣਾ ਤਾਂ ਕੋਈ ਹੋਰ ਨਾ ਲੱਗਦਾ ਏ। ਉਹ ਸੰਗਤ ਨੇ ਪਹਿਲਾਂ ਵੀ ਇਹ ਸ਼ਬਦ ਸੁਣੇ ਹੈ। ਅਸਲ 'ਚ ਮੈਂ ਗਾਉਣਾ ਕੁਝ ਹੋਰ ਸੀ। ਜਦ ਚਾਹ ਦਾ ਲੰਗਰ ਛਕ ਰਿਹਾ ਸੀ ਨਾ ਪੰਡਾਲ ਦੇ ਵਿੱਚ, ਲੰਗਰ ਹਾਲ ਦੇ ਵਿੱਚ ਚਾਹ ਦਾ ਲੰਗਰ ਛਕ ਰਿਹਾ ਸੀ ਤੇ ਉੱਥੇ ਇੱਕ ਸੇਵਾਦਾਰ ਨੇ ਮੈਨੂੰ ਹੁਕਮ ਲਾਇਆ ਕਿ ਭਾਜੀ ਤੁਸੀਂ ਬਾਬਾ ਮੰਗਲ ਦਾਸ ਮਹਾਰਾਜ ਦੇ ਉੱਤੇ ਇੱਕ ਸ਼ਬਦ ਲਗਾਇਆ ਹੈ, ਤੋ ਸਾਡਾ ਜਮਾਨਾ ਹੈ ਕਿ ਆਪਾਂ ਇਹ ਸ਼ਬਦ ਜ਼ਰੂਰ ਸੁਣਨਾ ਹੈ। ਮੈਂ ਕਿਹਾ ਕੋਈ ਗੱਲ ਨਹੀਂ, ਆਪਾਂ ਸ਼ੁਰੂਆਤ ਹੀ ਇੱਥੋਂ ਕਰਾਂਗੇ। ਔਰ ਗੱਲ ਬੜੀ ਵਧੀਆ ਗਈ ਕਿ ਮੈਨੂੰ ਕਹਿੰਦੇ ਭਾਜੀ ਬਹੁਤਾਂ ਨੂੰ ਭੁਲੇਖਾ ਕਿ ਬਾਬਾ ਜੀ ਪਤਾ ਨਹੀਂ ਚਲੇ ਗਏ। ਮੈਂ ਕਿਹਾ ਨਹੀਂ, ਇੱਥੇ ਹੀ ਹੈ, ਬਸ ਜੋੜਾ ਬਦਲੇ। ਉਹਨਾਂ ਦੇ ਹੁੰਦੇ ਵੀ ਇਸ ਸ਼ਬਦ ਨਾਲ ਹਾਥ ਹੀ ਮੈਂ ਲਗਾਈ ਔਰ ਅੱਜ ਫੇਰ ਲਗਾ ਰਹੇ ਹਾਂ ਤੇ ਮੈਨੂੰ ਪੂਰਾ ਮਹਿਸੂਸ ਹੋ ਰਿਹਾ ਕਿ ਬਾਬਾ ਜੀ ਇੱਥੇ ਹੀ। ਤੁਹਾਨੂੰ ਸਾਰਿਆਂ ਨੂੰ ਲੱਗਦਾ ਹੈ ਜਿਹਨੂੰ ਗੁਰਾਂ ਦੇ ਨਾਲ ਪਿਆਰ, ਇੱਕ ਵਾਰ ਹੱਥ ਉੱਪਰ ਕਰੋ, ਹੱਥ ਕਰੋ। ਸੋ ਸਾਰਿਆਂ ਨੇ ਦੱਸਣਾ ਪਵਿੱਤਰ ਕਰਨੀ ਹੈ। ਸੋ ਕੀ ਕਹਿਣਾ, ਉਹ ਮੇਰੇ ਗੁਰੂ ਤੋਂ ਸੋਹਣਾ ਤਾਂ ਕੋਈ ਹੋਰ ਨਾ ਲੱਗਦਾ ਏ, ਹੋਰ ਨਾ ਲੱਗਦਾ ਏ। ਸੋ ਵੀਰਾਂ ਨੇ ਵੀ ਹਾਜ਼ਰੀ ਭਰ ਲਈ। ਕੀ ਕਹਿਣਾ, ਉਹ ਮੇਰੇ ਗੁਰੂ ਤੋਂ ਸੋਹਣਾ ਤਾਂ ਕੋਈ ਹੋਰ ਨਾ ਲੱਗਦਾ ਏ। ਉਹ ਮੇਰੇ ਗੁਰੂ ਤੋਂ ਸੋਹਣਾ ਤਾਂ ਕੋਈ ਹੋਰ ਨਾ ਲੱਗਦਾ ਏ। ਜੋ ਬੋਲੇ ਸੋ ਨਿਰਭੈ ਸਤਿਗੁਰ ਸਿਰ ਨੂੰ ਝੁਕਾਇਆ ਏ। ਮੇਰੇ ਸਤਿਗੁਰ ਨੇ ਮੈਨੂੰ ਰੰਗ ਲਾਇਆ ਏ। ਆਜੋ ਜਦੋਂ ਦਾ ਸਤਿਗੁਰ ਕਰਦੇ, ਜਦੋਂ ਦਾ ਸਤਿਗੁਰ ਕਰਦੇ ਸਿਰ ਨੂੰ ਝੁਕਾਇਆ ਏ। ਜਦੋਂ ਦਾ ਸਤਿਗੁਰ ਕਰਦੇ ਸਿਰ ਨੂੰ ਝੁਕਾਇਆ ਏ। ਮੇਰੇ ਸਤਿਗੁਰ ਨੇ ਮੈਨੂੰ ਰੰਗ ਲਾਇਆ ਏ। ਮੇਰੇ ਸਤਿਗੁਰ ਨੇ ਮੈਨੂੰ ਰੰਗ ਲਾਇਆ ਏ। ਮੇਰੇ ਸਤਿਗੁਰ ਨੇ ਮੈਨੂੰ ਰੰਗ ਲਾਇਆ ਏ। बात समझ आता शायर की लिखता है, नाले नाले रहे मेरे छड्डदा ना कल्ला, दुनिया है सारी हुण आखे मैनू झल्ला। बाबा जी ਜਦੋਂ ਉਹਦੇ ਨਾਲ ਲੱਗ ਜਾਂਦੀ ਹੈ ਨਾ ਤੇ ਲੋਕੀ ਝੱਲਾ ਕਹਿਣਾ ਸ਼ੁਰੂ ਕਰ ਦਿੰਦੇ ਕਿ ਹਿੱਲ ਗਏ, ਪਾਗਲ ਹੋ ਗਏ। ਪਰ ਅਸਲੀਅਤ ਕੀ ਹੈ, ਸ਼ਾਇਰ ਕੀ ਲਿਖਦਾ ਹੈ ਕਿ ਨਾਲ ਨਾਲ ਰਹੇ ਮੇਰੇ ਛੱਡਦਾ ਨਾ ਕੱਲਾ ਏ, ਦੁਨੀਆ ਇਹ ਸਾਰੀ ਹੁਣ ਆਖੇ ਮੈਨੂੰ ਝੱਲਾ ਏ। ਇਹਨਾਂ ਨੂੰ ਕੀ ਸਮਝਾਂ, ਇਹਨਾਂ ਨੂੰ ਕੀ ਸਮਝਾਂ, ਮੈਂ ਕੀ ਤੇਥੋਂ ਪਾਇਆ ਏ। ਇਹਨਾਂ ਨੂੰ ਕੀ ਸਮਝਾਂ, ਮੈਂ ਕੀ ਤੇਥੋਂ ਪਾਇਆ ਏ। ਮੇਰੇ ਸਤਿਗੁਰ ਨੇ ਮੈਨੂੰ ਰੰਗ ਲਾਇਆ ਏ। ਮੇਰੇ ਸਤਿਗੁਰ ਨੇ ਮੈਨੂੰ ਰੰਗ ਲਾਇਆ ਏ। ਮੇਰੇ ਸਤਿਗੁਰ ਨੇ ਮੈਨੂੰ ਰੰਗ ਲਾਇਆ ਏ।
ਰੰਗ ਲਾਇਆ ਏ ਮੇਰੇ ਸਤਿਗੁਰ ਨੇ ਮੈਨੂੰ ਰੰਗ ਲਾਇਆ ਏ ਦੁਨੀਆਦਾਰੀ ਤੋਂ ਮੇਰਾ ਮਨ ਭਰ ਗਿਆ ਤੇਰੇ ਨਾਮ ਵਾਲਾ ਮੈਨੂੰ ਨਸ਼ਾ ਚੜ ਗਿਆ ਏ ਦੁਨੀਆਦਾਰੀ ਤੋਂ ਮੇਰਾ ਮਨ ਭਰ ਗਿਆ ਤੇਰੇ ਨਾਮ ਵਾਲਾ ਮੈਨੂੰ ਨਸ਼ਾ ਚੜ ਗਿਆ ਏ ਬਿਨ ਮੰਗਿਆ ਹੀ ਤੂੰ ਬਿਨ ਮੰਗਿਆ ਹੀ ਤੂੰ ਝੋਲੀ ਸਭ ਪਾਇਆ ਏ ਬਿਨ ਮੰਗਿਆ ਹੀ ਤੂੰ ਝੋਲੀ ਸਭ ਪਾਇਆ ਏ ਮੇਰੇ ਸਤਿਗੁਰ ਨੇ ਮੈਨੂੰ ਰੰਗ ਲਾਇਆ ਏ ਮੇਰੇ ਸਤਿਗੁਰ ਨੇ ਮੈਨੂੰ ਰੰਗ ਲਾਇਆ ਏ ਮੇਰੇ ਸਤਿਗੁਰ ਨੇ ਮੈਨੂੰ ਰੰਗ ਲਾਇਆ ਜਦੋਂ ਦਾ ਸਤਿਗੁਰ ਦਰ ਜਦੋਂ ਦਾ ਸਤਿਗੁਰ ਦਰ ਸਿਰ ਨੂੰ ਝੁਕਾਇਆ ਏ ਜਦੋਂ ਦਾ ਸਤਿਗੁਰ ਦਰ ਸਿਰ ਨੂੰ ਝੁਕਾਇਆ